रैब ते खड़े ने शक की बुनियाद से। कुरान फरमाता कि मेरा तकल्लुम मेरा कलाम सिर्फ उन्होंने लोगों का ने ਜਿਹੜਾ ਮੁਕਾਮੇ ਰੈਬ ਤੇ ਖੜੇ ਨੇ, ਮਤਲਬ ਜਿਨ੍ਹਾਂ ਨੂੰ ਸ਼ੱਕ ਕੋਈ ਵੀ ਨਹੀਂ, ਜਿਨ੍ਹਾਂ ਨੂੰ ਸ਼ੱਕ ਵੇ। ਅੱਛਾ, ਜਿਨ੍ਹਾਂ ਨੂੰ ਸ਼ੱਕ ਹੈ, ਜਿਨ੍ਹਾਂ ਨੂੰ ਸ਼ੱਕ ਹੈ, ਯਾਨੀ ਕਿ ਉਹ ਸਮਝਦੇ ਨੇ ਕਿ ਕਈਆਂ ਨਜ਼ਦੀਕ ਖੁਦਾ ਹੈ, ਕਈਆਂ ਨਜ਼ਦੀਕ ਖੁਦਾ ਨਹੀਂ ਹੈ, ਕਈ ਕਿਸੇ ਮਸਲੇ ਦੇ ਸ਼ਿਕਾਰ ਨੇ ਕਿ ਅਗਰ ਖੁਦਾ ਹੈ ਤਾਂ ਕਿੱਥੇ ਵੇ, ਯਾਨੀ ਕਿ ਇਸੇ ਮਸਾਲੇ ਦੇ ਸ਼ਿਕਾਰ ਹੈ ਜਿਹਨਾਂ ਦੇ ਕੋਈ ਇਬਹਾਮ ਨੇ ਕੁਰਾਨ ਅੱਲਾਹ ਦੇ ਮੁਤਲਕ। ਕੁਰਾਨ ਫਰਮਾਉਂਦਾ ਕਿ ਉਹਨਾਂ ਦੇ ਇਬਹਾਮ ਕਲੀਅਰ ਕਰਨ ਆਇਆ ਵਾ, ਸਹੀ, ਤਾਂ ਕਿ ਉਹਨਾਂ ਨੂੰ ਉਹ ਜਿਹਨੂੰ ਇਨਸਾਨ ਜਿਹੜਾ ਨਾ ਇੱਕ ਜਾਹਲ ਤੇ ਹੈ, ਜਾਹਲ ਉਹਨੂੰ ਤੁਸੀਂ ਕਹਿ ਕੀ ਸਕਦੇ ਹੋ, ਸਮਝਣ ਨਹੀਂ ਗੱਲ ਨੂੰ। ਜਾਹਲ ਚ ਇਨਸਾਨ ਗੁਜ਼ਰਦਾ ਮੁਕਾਮੀ ਵਹਮ ਚ ਹੁੰਦਾ, ਵਹਮ ਦੇ ਵਿੱਚ ਆ ਕੇ ਉਹਦੇ ਅੰਦਰ ਅਸ਼ਕਾਲ ਪੈਦਾ ਹੁੰਦਾ ਜਾਹਲ ਦੇ ਵਿੱਚ। ਉਹਨੂੰ ਲੱਗਦਾ ਯਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਸਹੀ ਹੈ, ਸਹੀ ਹੈ, ਖੁਦਾ ਕਿਤੇ ਨਾ ਕਿਤੇ ਮੌਜੂਦ ਹੈ, ਜਾਂ ਕਿਸੇ ਨਾ ਕਿਸੇ ਸ਼ਕਲ ਚ ਮੌਜੂਦ ਹੈਗਾ, ਜਾਂ ਇੱਕ ਬੁੱਤ ਦੀ ਸ਼ਕਲ ਚ ਵੇ, ਜਾਂ ਉਹ ਇੱਕ ਸੂਰਜ ਦੀ ਸ਼ਕਲ ਚ, ਜਾਂ ਇੱਕ ਚੰਦ ਦੀ ਸ਼ਕਲ ਚ ਵੇ। ਖੁਦਾ ਹੈ ਸਹੀ, ਕੋਈ ਨਾ ਕੋਈ ਕਾਇਨਾਤ ਬਣਾਉਣ ਵਾਲਾ ਹੈਗਾ, ਲੇਕਿਨ ਉਹ ਨਹੀਂ ਜਾਣਦਾ ਹੈਗਾ ਜਾਂ ਉਹ ਮੰਨਣਾ ਨਹੀਂ ਚਾਹ ਰਿਹਾ। ਉਸ ਸੂਰਤ ਦੇ ਮੁਕਾਮੇ ਵਹਮ, ਇਹ ਇਲਮ ਦੀ ਦੱਸਣੇ ਜਿਹਨੂੰ ਆਮ ਲਫ਼ਜ਼ਾਂ ਚ ਕਹਿ ਲਓ ਵਹਿਮੀ ਬੰਦਾ। ਹਾਂਜੀ। ਫਿਰ ਉਸ ਤੋਂ ਬਾਅਦ ਹੁੰਦਾ ਰੈਬ ਦਾ ਮੁਕਾਮ ਕਿ ਉਹ ਆਪਣੇ ਵਹਮ ਚੋਂ ਸ਼ੱਕ 'ਚ ਮੁਬਤਲਾ ਹੋ ਜਾਂਦਾ ਹੈ ਕਿ ਯਾਰ ਜਿਵੇਂ ਮੈਂ ਬਣਾਈ ਹੈ ਨਾ ਸੂਰਤ ਕਿ ਖੁਦਾ ਜਾਂ ਤੇ ਚੰਨ ਦੀ ਸੂਰਤ, ਜਾਂ ਉਹ ਸੂਰਜ, ਜਾਂ ਉਹ ਸੂਰਜ ਦੀ ਸ਼ਕਲ 'ਚ, ਜਾਂ ਇੱਕ ਬੁੱਧ ਦੀ ਸ਼ਕਲ 'ਚ, ਜਾਂ ਇੱਕ ਇਨਸਾਨ ਦੀ ਸ਼ਕਲ 'ਚ ਵੇ। ਉਹ ਆਪਣੇ ਇਸ ਵਹਿਮ ਨੂੰ ਸ਼ੱਕ 'ਚ ਲੈ ਆਉਂਦਾ ਹੈ, ਔਰ ਸ਼ੱਕ ਦੇ ਵਿੱਚ ਹਾਂ ਜਾਂ ਨਾ ਦਾ ਐਲੀਮੈਂਟ ਹੁੰਦਾ ਹੈ। ਸਹੀ, ਕਿ ਉਹਨੂੰ ਸ਼ੱਕ ਪੈਂਦਾ ਹੋ ਸਕਦਾ ਨਹੀਂ ਹੋ ਸਕਦਾ, ਵਹਿਮ ਦੇ ਵਿੱਚ ਸ਼ੱਕ ਨਹੀਂ ਹੁੰਦਾ ਹੈਗਾ। ਇਸ ਤਰ੍ਹਾਂ ਹੀ ਫਿਰ ਜਦੋਂ ਉਹ ਮੁਕਾਮੇ ਰੈਬ ਚ ਅੱਗੇ ਗੁਜ਼ਰਦਾ ਨਾ, ਉਹਦੇ ਜ਼ਿਹਨ 'ਚ ਥੋੜੀ ਪੁਖਤਗੀ ਆਉਂਦੀ ਹੈ ਤਾਂ ਉਹ ਮੁਕਾਮੇ ਜ਼ਨ ਚ ਆ ਜਾਂਦਾ ਹੁੰਦਾ ਹੈ। ਜ਼ਨ ਜਿਹੜਾ ਨਾ ਉਹ 50 ਤੋਂ ਲੈ ਕੇ 80% ਤੱਕ ਦਾ ਹਿੱਸਾ ਹੁੰਦਾ ਹੈ। ਉਹ ਕਿਸੇ ਇੱਕ ਨਾ ਇੱਕ ਸ਼ੈ ਨੂੰ ਖੁਦਾ ਦਾ ਨਾਮ ਦੇ ਦਿੰਦਾ ਹੈ, ਸਹੀ, ਕਿਸੇ ਨਾ ਕਿਸੇ ਇੱਕ ਸ਼ੈ ਨੂੰ। ਉਹ ਕਹਿੰਦਾ ਕਿ ਬੁੱਤ ਖੁਦਾ ਹੈ, ਮਾਜ਼ਅੱਲ੍ਲਾਹ, ਠੀਕ ਹੈ ਨਾ, ਉਹ ਉਹਨੂੰ ਨਾਮ ਦੇ ਦਿੰਦਾ ਹੈ। ਉਹਦਾ ਇਲਮ ਮੁਕੰਮਲ ਨਹੀਂ ਹੁੰਦਾ ਹੈਗਾ, ਜਿਵੇਂ ਕਿ ਮੁਸ਼ਰਕੀਨ ਮੱਕਾ ਦਿੰਦੇ ਹੁੰਦੇ। ਹਾਂਜੀ, ਉਹ ਖੁਦਾ ਦੇ ਮੁਨਕਰ ਨਹੀਂ ਸਨ ਹੈਗੇ, ਉਹ ਨਹੀਂ ਸਨ ਖੁਦਾ ਹੈਗਾ ਹੈ, ਲੇਕਿਨ ਕਿਉਂ ਇੱਕ ਲਾਤ ਮਨਾਤ ਜਾਂ ਉਜ਼ਾ ਨੂੰ ਮੰਨਦੇ ਹੁੰਦੇ ਸਨ। ਬਿਲਕੁਲ, ਉਹ ਦੇਵੀਆਂ ਦੇਵਤਾ ਨੂੰ ਮੰਨਦੇ ਹੁੰਦੇ ਸਨ। ਪੁਰਾਣੇ ਯੂਨਾਨੀ ਜਿਹੜੇ ਹੁੰਦੇ ਸਨ, ਜਿਹੜੇ ਫਲਸਫੀ ਹੁੰਦੇ ਸਨ, ਉਹ ਵੀ ਇਸ ਚੀਜ਼ ਨੂੰ ਤਸਲੀਮ ਕਰਦੇ ਹੁੰਦੇ ਸਨ। ਯਾਨੀ ਕਿ ਇਲਮ ਪਨਪਦਾ ਕਦੋਂ ਹੈ, ਤੁਸੀਂ ਕਿਸ ਵਕਤ ਕਹਿ ਸਕਦੇ ਹੋ ਕਿ ਮੈਂ ਆਲਮ ਹਾਂ, ਕਿ ਤੁਸੀਂ ਜਹਲ ਚੋਂ, ਵਹਮ ਚੋਂ, ਰੈਬ ਚੋਂ, ਜ਼ਨ ਚੋਂ ਗੁਜ਼ਰ ਕੇ ਨਾ ਜ਼ਨ ਨੂੰ ਗਾਲਬ ਗੁਮਾਨ ਆਉਂਦੇ ਨੇ, ਯਾਨੀ ਕਿ ਉਹਦਾ ਗਾਲਬ ਗੁਮਾਨ ਹੋ ਜਾਂਦਾ। ਫਿਰ ਜਦੋਂ ਇਹ ਸਟੇਜ ਅੱਗੇ ਗੁਜ਼ਰਦੇ ਫਿਰ ਉਹਨਾਂ ਨੂੰ ਜੇ ਪਤਾ ਲੱਗਦਾ ਖੁਦਾ ਤੇ ਆਸਮਾਨਾਂ ਦੀ ਬੁਲੰਦੀਆਂ ਦੇ ਉੱਤੇ ਵੀ, ਉਹ ਫਿਰ ਮੁਕਾਮੇ ਇਲਮ ਚ ਆ ਜਾਂਦੇ ਹੁੰਦੇ ਨੇ। ਇੱਕ ਮਿਸਾਲ ਦੀ ਇੱਕ ਸਮਝਾ ਰਿਹਾ ਸੀ, ਮਿਸਾਲ ਦੇ ਤੌਰ 'ਚ, ਠੀਕ ਹੈ ਨਾ। ਜਿਹੜਾ ਇਲਮ ਹੁੰਦਾ ਨਾ, ਇਲਮ, ਠੀਕ ਹੈ ਨਾ, ਇਹਦਾ ਮੁਤਬਾਦਲ ਜਿਹੜਾ ਹੁੰਦਾ ਨਾ ਸਾਡੇ ਕੋਲ, ਉਹ ਉਸ ਵਕਤ ਕਵੀ ਹੁੰਦਾ ਕਿ ਇਲਮ ਜਦੋਂ ਮੁਕਾਮੇ ਇਲਮ 'ਚ ਇਨਸਾਨ ਪਹੁੰਚ ਜਾਂਦਾ ਹੁੰਦਾ ਨਾ, ਫਿਰ ਉਹਦੇ ਨਾਲ ਅੱਗੇ ਦੇ ਮਰਾਹਲ ਸ਼ੁਰੂ ਹੁੰਦੇ ਨੇ ਕਿ ਇਲਮ 'ਚ ਮੈਂ ਪਹੁੰਚ ਗਿਆ, ਅੱਗੇ ਕੀ ਸ਼ਾਇਦ ਹੈ। ਸਾਡੇ ਮੁਤਅੱਦਦ ਲੋਕਾਂ ਦਾ ਇਲਮ ਮੁਕਾਮੇ ਜ਼ਨ 'ਚ ਰਹਿੰਦਾ, ਉਹ ਇਲਮ ਤੱਕ ਨਹੀਂ ਪਹੁੰਚਦੀ। ਅਸੀਂ ਅੱਲਾਹ 50 ਤੋਂ ਲੈ ਕੇ 80% ਤੱਕ ਮੁਕਾਮੇ ਜ਼ਨ 'ਚ ਰਹਿੰਦੇ ਅਸੀਂ ਲੋਕ, ਪਰ ਅਸੀਂ ਉਸ ਮੁਕਾਮੇ ਜ਼ਨ ਨੂੰ ਇਲਮ ਦਾ ਨਾਂ ਦੇ ਦਿੰਦੇ ਹਾਂ। ਮੁਕਾਮੇ ਜ਼ਨ ਮਤਲਬ ਮੁਕਾਮੇ ਜ਼ਨ ਹੁੰਦਾ ਕਿ ਗਾਲਬ ਗੁਮਾਨ ਨੂੰ, ਗਾਲਬ ਗੁਮਾਨ ਉਰਦੂ ਵਿੱਚ ਕਹਵਾ ਦੇ ਕਿ ਮੇਰਾ ਗਾਲਬ ਗੁਮਾਨ ਹੈ ਕਿ ਇਹ ਸ਼ੈ ਹੈ, ਮਤਲਬ ਜੋ ਆਪ ਸਮਝਣਾ ਹੈ ਉਹਨੂੰ ਹੀ ਸਹੀ ਸਮਝ ਲੈਣਾ, ਉਹਨੂੰ ਹੀ ਇਲਮ ਕਰਾਰ ਦੇ ਦੇਣਾ ਅਸੀਂ ਲੋਕਾਂ ਨੂੰ। ਸਹੀ, ਉਹ ਸਟੇਜ ਜਿਹਦੇ ਸ਼ੈਤਾਨ ਇਨਸਾਨ ਨੂੰ ਵਰਗਲਾਉਂਦਾ ਹੈ, ਦਲੀਲ ਦਿੰਦਾ ਹੈ, ਨਾਲ ਨਫਸ ਵੀ ਜਿਹੜਾ ਉਹ ਸਪੋਰਟ ਕਰਦਾ, ਆਪਣੇ ਫਿਰ ਤਕਾਜ਼ੇ ਨਾਲ ਲੈ ਕੇ ਚੱਲਦੇ ਨੇ ਸਾਰੇ। ਉਹ ਕਿਚੜ ਵਾਲੀ ਮਿਸਾਲ ਜਿਹੜੀ ਮੈਂ ਕੱਲ ਦਿੱਤੀ ਸੀ, ਕਿਚੜ 'ਚ ਬੰਦਾ ਪੈਰ ਕੱਢ ਕੇ ਅੱਗੇ ਪੈ ਜਾਂਦਾ, ਕੁਛ ਨਾ ਕੁਛ ਗੰਦ, ਕੁਛ ਨਾ ਕੁਛ ਸ਼ਹਿਦ ਨਾਲ ਹੁੰਦੀ ਨਾ, ਉਹ ਮਹਿਸੂਸ ਹੁੰਦੀ ਹੈ। ਉਸ ਗੰਦ ਦਾ ਸਹਾਰਾ ਲੈ ਕੇ ਤਾਂ ਉਹਨੂੰ ਵਰਗਲਾਉਂਦਾ ਕਿ ਤੇਰਾ ਜਿਹੜਾ ਮੁਕਾਮੇ ਜ਼ਨ ਹੈ ਨਾ, ਤੇਰਾ ਗਾਲਬ ਗੁਮਾਨ ਇਹੀ ਇਲਮ ਹੈ। ਉਹ ਇਲਮ ਦੀ ਪੁਖਤਗੀ ਦੀ ਜਾਣ 'ਚ ਪਹਿਲੀ ਗੁੰਮਰਾਹ ਹੋਇਆ ਸੋ ਚੁੱਕਿਆ ਹੁੰਦਾ ਹੈ। ਸਹੀ, ਜਿਹੜੇ ਇਲਮ ਦੀ ਪੁਖਤਗੀ 'ਚ ਪਹੁੰਚ ਜਾਂਦੇ ਨੇ ਨਾ, ਉਹਨਾਂ ਦੀ ਜ਼ੁਬਾਨ 'ਤੇ ਫਿਰ ਜ਼ਿੱਪ ਲੱਗ ਜਾਂਦੀ ਹੁੰਦੀ, ਚੁੱਪ ਹੋ ਜਾਂਦੀ ਹੈ, ਚੁੱਪ ਹੋ ਜਾਂਦੇ ਹੁੰਦੇ, ਕਿਉਂਕਿ ਪਤਾ ਲੱਗ ਜਾਂਦਾ, ਸਮਝ ਆ ਜਾਂਦੀ ਸ਼ਾਇਦ ਕਿ ਪਰਵਰਦਿਗਾਰ ਹੈ ਕੀ, ਇਹ ਚਾਹੁੰਦਾ ਕੀ, ਉਹਦੇ ਮੁਕਾਮਾਤ ਕੀ ਨੇ, ਉਹਦੇ ਅੰਬੀਆ, ਉਹਦੇ ਔਲੀਆ, ਉਹਦੇ ਸਾਲਿਹੀਨ ਦੇ ਦਰਜਾਤ ਕਿਉਂ ਕਿਸ ਮੁਕਾਮ 'ਚ ਪਹੁੰਚੇ ਹੁੰਦੇ ਨੇ। ਮੇਰਾ ਮੌਜੂਦ ਇਲਮ ਖੈਰ, ਹਰ ਅਸਰਾਰ ਜਿਹੜੇ ਹੁੰਦੇ ਨਾ ਉਹ ਇਨਸਾਨ ਦੇ ਅੰਦਰ ਮੌਜੂਦ ਹੁੰਦੇ ਨੇ।
ਕੀ ਹੁੰਦਾ ਕਿ ਮੇਰੇ ਅੰਦਰ ਜਿਹੜਾ ਤਾਸੁਰ ਹੁੰਦਾ ਨਾ, ਉਹ ਕਹਿੰਦਾ ਕਿ ਜੋ ਮੈਂ ਜਾਣਦਾ ਨਾ ਉਹੀ ਇਲਮ ਹੈ। ਠੀਕ ਹੈ ਨਾ, ਮੈਂ ਇਸ ਟਾਈਮ ਪੁਖਤਗੀ ਇਲਮ ਦੇ ਵਿੱਚ ਲੈ ਗਿਆ, ਉਹ ਪੂਰੀ ਤਾਕਤ ਹਰ ਸ਼ੈ ਉਹ ਆਪਣੇ ਮੁਕਾਮੇ ਜ਼ਨ ਦੇ ਉੱਤੇ ਹੀ ਖੜੀ ਰੱਖਦਾ ਹੈ। वो सोचता नहीं जैसे अल्लामा इकबाल ने कैसे गुजर जा अकल से आगे कि ये नूर चिराग राह है मंजिल नहीं। वो अकल ना अपना फाइनल डेस्टिनेशन समझने लग पैंदा है, जबकि अकल फाइनल डेस्टिनेशन नहीं हैगी। यार रोशनी जरूर है, चिराग जरूर है, रस्ता जरूर होंदी है, मगर फाइनल डेस्टिनेशन च अकल नहीं जा सकती। सही। अकल जी ना, अकल एक किस वक्त वजूद पाउंदी पता है इस चीज का? दसो। इंसान जेड़ा ना, इंसान, बल्कि मैं जो बात च आउंदा, मैं मिसाल देना सूरह इमरान की आयत नंबर 7 है। ठीक है ना, अल्लाह तबारक व तआला ने कुरान पाक 2 आयत में बयान किया है, जिहड़ा कल मौजू चलन दे। कुरान पाक कुछ आयत ने मुहकमात, कुछ आयत ने मुतशाबिहात। ज़्यादातर कुरान पाक दी आयत ना आयत मुहकमात उन्हां दे अंदर आउंदियां। ठीक है ना, और कुछ आयत उन्हें आयत मुतशाबिहात दे अंदर आउंदियां ने। ठीक है, मुहकमात आयत उन्हें जो वाज़ेह सरी हुक्म बयान करता गया है। ठीक है ना, यानी कि जिन्हों समझन वास्ते खिताब इलाही किसी कारी मुतकल्लम मुअल्लम किसी ने भी ना गलतियां मुगालते लग सकता है। ठीक है ना, यानी कि साफ और सीधी गल, यानी कि जो जिक्र है कुरान पाक में, यानी कि वाज़िया और सरी दलील के नाल, और दूसरी आयत मुतशाबिहात ने। ठीक है ना, यानी कि जिन्हां मायने एहतमाल पाया जाता है, मायने दे दसने तर्जमे या लफ्ज़ नहीं, मायने दे एहतमाल पाया जाता है, छबी होंदी थोड़ी जी। यानी कि पढ़ने वाले थोड़ा शुबा पैदा होता है, की पैदा होता है कि यार इसका मतलब की हो सकता है। सूरह अल इमरान की आयत नंबर 3 दे विच अल्लाह तबारक ने तीसरी सूरह अल इमरान की आयत नंबर 7 ने जिक्र किया, सो वो लोग जिनके दिलों में कजी है, जिनके दिलों में कजी है, इनमें से सिर्फ मुतशाबिहात की पैरवी करते हैं, फ़कत फितना परवरी की ख्वाहिश के ज़ेरे असर और असल मुराद की बजाय मन पसंद मुराद लेने की गरज से। यानी कुफारे मक्का यहूदी ने की कर रहे हैं, मुतशाबिहात ਨੂੰ ਲੈ ਕੇ मुसलमानों ਵਿੱਚ फसादात पाਉਂਦੇ ਹਨ, फितना पैदा करते ਹੁੰਦੇ ਸਨ, जिन्हें ख्वारिज सन, पेंडू कह लो, पेंड ख्वारिज वो ने, मतलब ਜਿਹੜੇ ਬਾਹਰ ਦੇ ਲੋਕ वो सन ਜਿਹੜੇ अली ਦੇ खिलाफ ही निकले सन, उस्मान गनी ਦੇ खिलाफ ही निकले सन। ठीक ठीक ठीक। ख्वारिज की बड़ी बड़ी डेफिनेशन है, मैं कुछ छोटी मिसाल बात दे के गुजर रहे हैं। और आंदे ने कि असल मुराद अल्लाह के सिवा कोई नहीं जानता। सही। ठीक है ना, लेकिन कामल इल्म च पुख्तगी रखने वाले जेडे ना ਇਹਦੇ ਚ ईमान लियाउंदे ने कि सारी किताब रब दी तरफ च उतरी है, नसीहत है सिर्फ अहले दानिश और अहले इल्म वास्ते। कुरान कहंदा कि सिर्फ इस किताब च नसीहत उन्हां नूं मिलनी जेडे साहिब इल्म ने, साहिब दानिश ने, उन्हां नूं नसीब होनी है। इल्म जेड़ा ना वो कामल कदों हुंदा तुहाडा? इल्म जेड़ा हुंदा ना, इल्म कामल और मार्फत तामा जेड़ी हुंदी है ना, वो इंसान को कदों नसीब हुंदी है? जब इल्म इंसान जेड़ा ना इल्म च रासख हो जांदा ना, उस वक्त इंसान नूं मार्फत तामा नसीब हुंदी है, ता अलिफ आइन मीम हाल। ठीक है ना, सही। यानी कि वो लोग हुंदे ने इल्म रसूल जेड़े रासिख होन फिल इल्म हो जांदे ना, ये वो लोग हुंदे ने मुकाम में ज़न, यानी कि शक दे मुकाम चों अगे निकल चुके हुंदे ने और मर्तबा इल्म यकीन तक पहुंच चुके होंगे ये लोग। यानी कि इन्हां ते अल्लाह तबारक व तआला दा इनाम, अल्लाह ताला फरमांदा कि इन्हां लोकां च मेरा इनाम आ जांदा है और ये मुकाम तस्लीम च पले चले जाते हैं, कल्ब तस्लीम में मुताक आता जाता है। ये भी एक नफ्सी किस्म होंदी है, नफ्स तस्लीम, मुतमइन्नत तस्लीम। लेकिन अभी नफ्स है कि जो दिल में इंसान दा कल्ब और मुकाम तस्लीम से चला जाता होंगे। इल्म हुंदा ही वो इल्म है तुम शक से बाहर कढ़ दे, अगर तुम शक च रह गए हो ना, सोई समझो तुम इल्म तक नहीं पहुंचे है।
ਸਹੀ ਤੁਹਾਨੂੰ ਕਿਸੇ ਗੱਲ 'ਚ ਸ਼ੱਕ ਮੁਬਤਲਾ ਹੋ ਗਿਆ ਨਾ, ਕੋਈ ਵਾਜ਼ਿਹ ਤੁਹਾਡੀ ਗੱਲ ਹੈ ਕਿ ਤੁਸੀਂ ਉਸ ਵਕਤ ਮੁਕਾਮੇ ਇਲਮ 'ਚ ਨਹੀਂ ਹੋ, ਤੁਸੀਂ ਮੁਕਾਮੇ ਜ਼ਨ ਦੇ ਉੱਤੇ ਖੜੇ ਹੋ ਜਾਂ ਮੁਕਾਮੇ ਰੈਬ 'ਚ ਸਹੀ ਖੜੇ ਹੋ। ਜਿਵੇਂ ਕੁਰਾਨ ਕਿ ਲਾ ਰਹੀਬ ਫੀ, ਇਸ ਕਿਤਾਬ 'ਚ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਫਾਰੇ ਮੱਕਾ ਨੇ ਕੀ ਕਿਹਾ, ਉਹਨਾਂ ਦੇ ਮੁਤਾਲਬਾਤ, ਉਹਨਾਂ ਦੇ ਮਾਮਲੇ ਤੁਹਾਡੇ ਸਾਹਮਣੇ ਨੇ, ਕੀ ਤਕਾਜ਼ਾ ਕੀ ਕਰਦੇ ਹੁੰਦੇ ਸਨ। ਬੇਸ਼ੱਕ ਯਾਨੀ ਕਿ ਅਗਰ ਇਲਮ ਤੁਹਾਨੂੰ ਸ਼ੱਕ 'ਚ ਬਾਹਰ ਨਾ ਕੱਢ ਸਕੇ ਤੇ ਉਹ ਇਲਮ ਮਤਲਬ ਇਹ ਨਹੀਂ, ਕਿ ਤੁਸੀਂ ਗਲਤ ਰਾਹ 'ਚ ਹੋ, ਆਪਣੀ ਰਾਹ ਦੀ ਤਯਨ ਕਰੋ, ਉਹ ਇਲਮ ਨਹੀਂ ਫਿਰ। ਉਹਨੂੰ ਜਸਟੀਫਾਈ ਕਰੋ, ਕਿਸੇ पढ़े लिखे बंदे को बोलो, साहब इलम बंदे को बोलो, ਉਹਦੇ ਨਾਲ ਆਪਣੇ ਮਾਮਲਾ डिस्कस करो तो मैं इस मसले 'ਚ फंस गया। कुरान ने की फरमाया कि जो किसी मसले 'ਚ मुबतला हो जाओ ना, ਜਿਹੜੇ ਸਾਹਿਬ ਇਲਮ ਨੇ, ਸਾਹਿਬ ਹਿਕਮਤ ਨੇ, ਸਾਹਿਬ ਖਿਰਦ ਲੋਕ ਨੇ, ਉਹਨਾਂ ਦੇ ਕੋਲ ਬਹੁਤ ਉਹਨਾਂ ਦੀ ਮਜਲਿਸ ਅਖਤਿਆਰ ਕਰੋ। ਮਸਜਿਦ ਨਬੀ 'ਚ ਦੋ ਮਜਾਲਸ ਬੈਠੀਆਂ ਹਨ, ਇੱਕ ਜ਼ਿਕਰ ਕਰਨ ਵਾਲੀ ਸੀ, ਇੱਕ ਇਲਮ ਵਾਲੀ ਸੀ। रसूल करीम सल्लल्लाहु अलैहि वसल्लम ਉਹਨਾਂ ਕੋਲ ਗੁਜ਼ਰ ਹੋਇਆ ਤੇ आपने फरमाया कि कादी मजलिस लगी है, उन्होंने फरमाया रसूल जिक्र दी मजलिस है। आपने कहा माशाल्लाह बड़ा जबरदस्त काम है, तारीफ की थी उन्होंने। फिर दूसरी मजलिस में गुजर होया तो आपने फरमाया एक कादी मजलिस है, उन्होंने फरमाया कि इल्म दी मजलिस है, लोगों को सिखाया जा रहा है। आपने कहा ये मजलिस बेहतरीन मजलिस है और बाकायदा आप उस मजलिस से बैठे हो। सुभान अल्लाह। कि मजलिस इल्म वाले दी मजलिस जिक्र वाले दी, इल्म वाले दी मजलिस दो भी अफजल, लेकिन इल्म वाले दी मजलिस ਨੂੰ आपने प्रेफरेंस देती होती है। इसलिए कुरान ने एक फरमाया कि इल्म वाले और बगैर इल्म वाले कभी बराबर नहीं हो सकते। ठीक है, ਉਹਦੀ ਤੇ ਕੁਰਾਨ ਪਾਕ ਚ ਵੀ ਮਿਸਾਲ ਹੈ ਨਾ ਕਿ ਅੰਨਾ ਤੇ ਵੇਖਣ ਵਾਲਾ ਬਰਾਬਰ ਨਹੀਂ ਹੋ ਸਕਦਾ। ਥੋੜੀ ਜਿਹੀ ਮਿਸਾਲ ਮੈਂ ਦਵਾਂ ਇਲਮ ਨੂੰ ਸਮਝਾਉਣ ਵਾਸਤੇ ਜੀ, ਕਿ ਹੁਣ ਇਲਮ ਹੈ ਕੀ ਸ਼ੈ ਸੀ, ਅਸੀਂ ਸਮਝ ਕੇ ਸਕਦੇ ਕਿ हम काम इलम 'ਚ ਪਹੁੰਚ ਗਏ ਹਾਂ, ਇਸ਼ਾਰਾ ਸਾਡੇ ਵਾਸਤੇ। ਠੀਕ। ਅਗਰ ਤੁਸੀਂ ਯੂਨਾਨੀ ਫਲਸਫੀਆਂ ਨੂੰ ਪੜ੍ਹ ਲਓ, ਯੂਨਾਨੀ ਫਲਸਫੀਆਂ ਨੂੰ ਪੜ੍ਹ ਲਓ, ਉਹਨਾਂ ਨੇ ਅੱਲਾ ਦੀ ਹਕੀਕਤ ਨੂੰ ਪਾਉਣ ਵਾਸਤੇ ਨਾ ਕੀ ਕੁਛ ਨਹੀਂ ਕੀਤਾ। ਸੁਕਰਾਤ, ਮੁਕਰਾਤ, ਇਹਨਾਂ ਵੱਡੇ ਨਾਮ, ਅਫਲਾਤੂਨ, ਆਖਰ ਖੁਦਾ ਤੱਕ ਕਿਉਂ ਨਹੀਂ ਪਹੁੰਚ ਸਕੇ ਇਹਨਾਂ ਇਲਮ ਰੱਖਣ ਦੇ ਬਾਵਜੂਦ ਵੀ। ਉਹਨਾਂ ਫਲਸਫੇ ਦੀ ਉਹ ਜੇ ਸਰੀਆ ਨੂੰ ਪਹੁੰਚ ਗਏ, ਉਹ ਜੇ ਕਮਾਲ ਤੱਕ ਪਹੁੰਚ ਗਏ ਹੋ, लेकिन वो खुदा नहीं पा सके। कभी सोचा आखिर क्यों खुदा नहीं पा सके? आगे फलसफे की इब्तिदा जिहड़ी हुंदी ना, वो दिमाग दी जमीन च हुंदी है। हर पौधे नूं उगण वास्ते एक जमीन चाहिए है, बिल्कुल। ठीक है। हर मौसम के हिसाब नाल, हर जगह के हिसाब नाल, जिवें अंब भी ਉਹ ਸਾਡੇ ਪੰਜਾਬ 'ਚ ਉਹ ਅੰਬ ਨਹੀਂ ਹੈਗੇ ਜੋ ਸਿੰਧ ਦੀ ਜ਼ਮੀਨ 'ਚ ਅੰਬ ਹੈ। ਬਿਲਕੁਲ। ਅਸੀਂ ਅਗਰ ਉਹਨੂੰ ਚੁੱਕ ਕੇ ਇੱਥੇ ਲਿਆ ਕੇ ਵੀ ਆ ਜਾਈਏ ਨਾ ਆਪਣੇ ਲਾਹੌਰ ਦੇ ਵਿੱਚ ਵੀ, ਤੇ ਅਸੀਂ ਉਸ ਅੰਬ ਦਾ ਉਹ ਜ਼ਾਇਕਾ ਨਹੀਂ ਕੱਢ ਸਕਦੇ ਜੋ ਸਿੰਧ 'ਚ ਉਹਨੂੰ ਲੱਭਿਆ ਹੁੰਦਾ। ਬੇਸ਼ੱਕ। ਜ਼ਮੀਨ ਦੀ ਤਾਸੀਰ, ਅਗਰ ਉਹ ਜ਼ਾਇਕਾ ਨਿਕਲ ਪਿਆ ਤਾਂ ਮੁਮਕਿਨ ਹੈ ਉਹਨੂੰ ਕਈ ਸਾਲ ਲੱਗਣ ਉਹ ਜਿਹਾ ਬਣਨ ਵਾਸਤੇ। ਜਿਹੜਾ ਹੁੰਦਾ ਨਾ ਫਲਸਫਾ, ਉਹ ਵਜੂਦ ਪਾਉਂਦਾ ਹੁੰਦਾ ਹੈ ਦਿਮਾਗ ਦੀ ਜ਼ਮੀਨ 'ਚ, ਅਕਲ ਦੀ ਜ਼ਮੀਨ 'ਚ, ਠੀਕ ਹੈ ਨਾ। ਉਹ ਹਰ ਮਾਮਲੇ ਨੂੰ ਆਪਣੀ ਅਕਲ ਦੇ ਮੁਤਾਬਕ ਪਰਖਦੇ ਨੇ, ਠੀਕ ਹੈ। ਇਸ ਕਿਸਮ ਦਾ ਇਲਮ ਜਿਹੜਾ ਨਾ ਇਲਮ ਹਯਤ ਕਹਿਲਾਉਂਦਾ ਹੈ, ਠੀਕ ਹੈ ਨਾ, ਹਯਤ ਦਾ ਇਲਮ, ਠੀਕ ਹੈ ਨਾ। ਔਰ ਇਬਤਦਾ ਫਲਸਫਾ ਹੁੰਦੀ ਹੈ। ਸਹੀ। ਉਹਨਾਂ ਨੇ ਹਰ ਚੀਜ਼ ਜਿਹੜੀ ਸੀ ਨਾ ਵਜੂਦ ਬਖਸ਼ੀ, ਉਹਨੂੰ ਆਪਣੇ ਹਵਾਸ ਦੇ ਉੱਤੇ ਰੱਖ ਕੇ ਪਰਖਿਆ। ਮੈਂ ਪਹਿਲਾਂ ਕਈ ਦਫਾ ਦੱਸ ਚੁੱਕਿਆ ਕਿ ਇਲਮ ਦੀ ਇਬਤਦਾ ਕੀ ਹਵਾਸੇ ਖਮਸਾ। ਬਿਲਕੁਲ। ਹਵਾਸੇ ਖਮਸਾ ਕੀ ਹੈ? ਚਖਣਾ, ਦੇਖਣਾ, ਮਹਿਸੂਸ ਕਰਨਾ। ਉਹਨਾਂ ਆਪਣੇ ਫਲਸਫੇ ਨੂੰ ਰੱਖਿਆ ਇਹਦੇ ਉੱਤੇ। ਉਹਨਾਂ ਇੱਕ ਹਰ ਚੀਜ਼ ਨੂੰ ਸਮਝਣ ਵਾਸਤੇ, ਜਿਸ ਤਰ੍ਹਾਂ ਤੁਹਾਡੇ ਕੋਲ ਕਰੋਨਾ ਆਇਆ, ਇਹਦੇ ਕੁਝ SOPs ਤੁਸੀਂ ਤੈਅ ਕੀਤੇ ਨੇ, ਮਾਸਕ ਪਾ ਕੇ ਕੁਝ ਚੀਜ਼ਾਂ ਨੂੰ ਛੂਹਣਾ ਨਹੀਂ ਹੈਗਾ, ਹੱਥ ਨਹੀਂ ਲਾਉਣਾ। ਉਸ SOPs ਨੂੰ ਮੱਦੇਨਜ਼ਰ ਰੱਖਦੇ ਅਸੀਂ ਬਿਮਾਰੀਆਂ ਲੜਨ ਨਹੀਂ ਹਾਂ। ਯਾਨੀ ਕਿ ਜਿਹਨੇ ਇਹਨਾਂ SOPs ਦੀ ਮੁਖਾਲਫਤ ਕੀਤੀ, ਇਹਦੇ ਅਗੇਂਸਟ ਗਏ, ਉਹ ਨੁਕਸਾਨ ਚੁੱਕਣਗੇ। ਫਲਸਫੇ ਦੇ SOPs ਕੀ ਸਨ? ਫਲਸਫੇ ਦੇ ਟਰਮ ਐਂਡ ਕੰਡੀਸ਼ਨਸ ਕੀ ਸਨ? ਅਕਲ, ਦਲੀਲ। और कई मामले साढ़े सामने ऐसे होंगे ने दलील चों या अकल चों मावरा होंगे, जिसे मोजज़े होंगे। जैसे नबी करीम सल्लल्लाहु अलैहि वसल्लम दा शक्ल कमर कर देना, चानू दो टोटे कर देना, आप दा मिराज चले जाना, इनू किसी दलील च नहीं परखिया जा सकता। इनू किसी भी हवास ते उत्ते रख के नहीं समझा जा सकता।
लिहाजा ਜਿਹੜਾ ਜਿਹਨੇ ਇਹ SOPs ਤਿਆਰ ਕੀਤੇ ਨੇ ਕਿ ਹਰ ਸ਼ੈ ਵਿੱਚ ਦਲੀਲ ਚਾਹੀਦੀ ਉਹ ਇਹਦਾ ਮੁਨਕਰ ਹੋ ਕੇ ਪੈ ਜਾਏਗਾ, ਇਨਕਾਰ ਕਰ ਦੇਗਾ।